ਵਾਹਿਗੁਰੂ ਸਾਹਿਬ ਜੀ। ਗੁਣ ਨਿਧਾਨ ਗੁਣ ਕਿਨਿ ਗਾਏ, ਜਾਂ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਅੰਦਰ ਸੱਚਾ ਨਿਹੁ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਦੇ। ਸਨਮਾਨਯੋਗ ਜੁਗੋ ਜੁਗ ਟਲ ਧੰਨ ਧੰਨ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ, ਮਨ ਬਿਰਤੀਆਂ ਨੂੰ ਕਾਬਲ ਕਰੀਏ, ਹਾਜ਼ਰੀ ਲਵਾਈਏ, ਮਨ ਕਰਕੇ, ਤਨ ਕਰਕੇ, ਸੁੱਧ ਕਰਕੇ, ਬੜੇ ਪਿਆਰ ਨਾਲ, ਥੋੜੀ ਜਿਹੀ ਉੱਚੀ ਆਵਾਜ਼ ਦੇ ਨਾਲ ਫਤਿਹ ਦੀ ਸਾਂਝ ਸਾਰਿਆਂ ਨੇ ਪਾਉਣੀ ਹੈ। ਫਤਿਹ ਬੁਲਾਉਣ ਦੇ ਨਾਲ ਜੀਵਨ ਖੜਾਓ ਵਿੱਚ ਆਉਂਦਾ ਹੈ, ਮਨ ਖੜਾਓ ਵਿੱਚ ਆਉਂਦਾ ਹੈ। ਸਾਹਿਬ ਦੇ ਬਚਨ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਉਹਦਾ, ਸਾਨੂੰ ਮਾਲਕ ਪਰਵਰਦਗਾਰ ਦੇ ਦਰ ਦੇ ਉੱਤੇ ਰੱਬ ਦਾ ਸੁਨੇਹਾ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਬਚਨ ਨੂੰ ਇੱਥੇ ਸਾਨੂੰ ਸਮਝ ਵਿੱਚ ਆਉਂਦੇ ਨੇ, ਜੋ ਪਾਤਸ਼ਾਹ ਜੀ ਨੇ ਬੋਲੇ ਨੇ। ਸਾਹਿਬ ਦਾ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਤੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋ ਜੁੜੀ, ਗੁਰਮੁਖ ਬੈਸੋ ਸਭਾ ਵਿਸ਼ਾ। ਮੇਰੇ ਸਤਿਗੁਰੂ ਜੀ ਦੇ ਪਿਆਰ ਵਾਲੇ ਗੁਰਮੁਖ ਪਿਆਰੇ ਨੂੰ, ਜਿਨ੍ਹਾਂ ਨੂੰ ਪੰਗਤੀਆਂ ਸਰਲ ਨੇ ਰਹਿਮਤ ਰਸਨਾ ਤੇ ਰੱਬ ਦੀ ਰਹਿਮਤ ਦਾਤ ਟਿਕੀਏ ਨਾਲ ਜ਼ਰੂਰ ਬੋਲਿਆ ਕਰੋ। ਉੱਚੀ ਆਵਾਜ਼ ਦੇ ਵਿੱਚ ਇੱਕ ਆਨੰਦ ਸੁਰਤ ਚਿੱਤ ਦੇ ਅੰਦਰ ਕੁਛ ਜਾ ਕੇ ਬਣਦਾ ਹੈ। ਉਹ ਆਨੰਦ ਜਿਹੜਾ ਹੈ ਉਹ ਅਸੀਂ ਸੰਗਤ 'ਚ ਵੱਡ ਭਾਗੀ, ਹਰ ਸੰਗਤ ਪਾਵੈ ਵੱਡੀਆਂ ਭਾਗਾਂ ਵਾਲੀ ਸੰਗਤ ਦੇ ਵਿੱਚ ਆਉਂਦੇ ਨੇ। ਵੱਡ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੈ ਗੁਣ ਗਾਵੇ। ਆਪਣੇ ਆਪ ਨੂੰ ਖੁਸ਼ ਨਸੀਬ ਸਮਝੀਏ ਕਿ ਅੱਜ ਦਾ ਦਿਹਾੜਾ ਮਹਾਨ ਦਿਹਾੜਾ ਹੈ, ਜੋ ਅਸੀਂ ਆਪਣੇ ਬਾਪੂ ਗੁਰਦੇਵ ਕੁਦਰਤ ਦੇ ਮਾਲਕ ਕਾਦਰ ਕਰਤੇ ਦੇ ਦਰ ਦੇ ਉੱਤੇ ਆਣ ਕੇ ਹਾਜ਼ਰੀ ਭਰ ਰਹੇ ਹਾਂ। ਸਾਡੇ ਤੋਂ ਪਹਿਲਾਂ ਬੜੇ ਸਨਮਾਨਯੋਗ ਭਾਈ ਸਾਹਿਬ ਜੀ, ਬਾਬਾ ਜੀ, ਬਾਬਾ ਦਰਸ਼ਨ ਸਿੰਘ ਜੀ, ਜਿਨ੍ਹਾਂ ਦਾ ਨਾਮ ਦਾਸ ਨੇ ਕੁਝ ਸਮਾਂ ਪਹਿਲਾਂ ਸਰਵਣ ਕੀਤਾ ਸੀ, ਅੱਜ ਦਰਸ਼ਨ ਹੋਏ ਨੇ। ਬੜੇ ਪਿਆਰੇ ਤੇ ਮਿੱਠੇ ਬੋਲਾਂ ਦੇ ਨਾਲ ਉਹ ਰਸ ਦੀ ਦਾਤ ਵੰਡ ਰਹੇ ਸੀ, ਜਿਹੜਾ ਰਸ ਸਾਡੇ ਸਾਰਿਆਂ ਨੂੰ ਜੀਵਨ ਵਿੱਚ ਚਾਹੀਦਾ। ਆਲਜੋਗ ਮੈਂ ਕੀਰਤਨ ਪ੍ਰਦਾਨਾ, ਗੁਰਮੁਖ ਜਪੀਏ ਲਾਏ। ਸ਼ਾਬਾਸ਼, ਗੁਰੂ ਪਾਤਸ਼ਾਹ ਕਿਰਪਾ ਕਰੇ। ਬੋਲਿਆ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦੇ ਖਜ਼ਾਨੇ ਨੂੰ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ। ਆਪਾਂ ਲੁੱਟਣਾ, ਆਪਾਂ ਲੁੱਟਣਾ, ਆਪਾਂ ਡਾਕਾ ਮਾਰਨਾ। ਚੋਰੀ ਜਿਹੜੀ ਆ ਉਹ ਅੱਗੋਂ ਪਿੱਛੋਂ ਹੁੰਦੀ ਹੈ। ਜਿਹੜਾ ਡਾਕਾ ਉਹ ਦਿੰਦੇ ਆ, ਡਾਕਾ ਮਾਰਨਾ ਹੈ ਆਪਣੇ ਬਾਪੂ ਦੇ ਕਾਨੂੰਨ। ਬਾਪ ਦੇ ਰਾਈਟ ਹੈ ਕਿ ਇੱਕ ਬੱਚਾ ਆਪਣੇ ਬਾਪ ਦੀ ਜੀਵ ਵਿੱਚ ਦਿਨ ਦਿਹਾੜੇ ਹੱਥ ਪਾ ਸਕਦਾ ਹੈ, ਬਹੁਤਿਆਂ ਲੋਕਾਂ ਵਿੱਚ ਪਾ ਸਕਦਾ ਹੈ। ਅਸੀਂ ਬਾਪੂ ਦੇ ਖਜ਼ਾਨੇ ਨਾਲ
राम नाम है लूट फिर पाछे पछताऊंगी। झूठ लुट सुर्तियां शरीर कलेश आनंद चेतो के हो सके तो नेत्र भी बंद करो। ਆਪਾਂ ਬਾਪੂ ਦੇ ਖਜ਼ਾਨੇ ਨੂੰ ਭਾਰੀ ਮਹਿਕ ਪਦਾਰਥਾਂ ਨੂੰ ਅੱਖਾਂ ਖੋਲ ਕੇ ਲੁੱਟਿਆ ਜਾਂਦਾ ਹੈ। ਸੁਰਤ ਨੂੰ ਦੂਰ ਤੱਕ ਧਿਆਨ ਰੱਖਣਾ ਪੈਂਦਾ ਹੈ। ਪਰ ਇਸ ਖਜ਼ਾਨੇ ਨੂੰ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਕਾਸ਼ੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਵਿਰਖੀ ਕੌਣ ਦਾਸੀ। ਸੁਰਤ ਦੇ ਨਾਲ ਲਿਖਣਾ ਇਸ ਖਜ਼ਾਨੇ ਨੂੰ ਹਿਰਦੇ ਰੂਪੀ ਪੌਕਟ ਜੇਬ ਦੇ ਵਿੱਚ ਪਾਉਣਾ ਹੈ। ਅਸੀਂ ਸੁਤਰਾ ਚੱਲਣਾ, ਸੁਰਤ ਨੂੰ ਰੋਕਣਾ ਹੈ। ਬਾਬਾ ਜੀ ਕੀਰਤਨ ਦੇ ਵਿੱਚ ਕੁਛ ਉਪਦੇਸ਼ ਸੁਣਾ ਰਹੇ ਸਨ। ਚਿੱਤ ਕਰਦਾ ਸੀ ਸੁਣੀ ਜਾਵਾਂ ਮੈਂ, ਅੱਜ ਸੁਣਨ ਵਿੱਚ ਆਨੰਦ ਬਣਾਤਾ। ਭਗਤ ਕਬੀਰ ਜੀਆਂ ਦੇ ਕੁਛ ਬੋਲ ਜਿਹੜੇ ਨੇ ਸੰਗਤ ਨਾਲ ਸਾਂਝੇ ਕੀਤੇ ਨੇ। ਕਾਂਸੀ ਦਾ ਨਾਂ ਲਿਆ ਏ ਤੇ ਮਗਹਰ ਦਾ ਨਾਂ ਲਿਆ। ਮਗਹਰ ਨੂੰ ਉਸ ਵੇਲੇ ਦੇ ਵਿਦਵਾਨਾਂ ਨੇ ਜਿਹੜੇ ਸੰਸਕ੍ਰਿਤ ਨੂੰ ਪੜ੍ਹ ਕੇ ਦੁਨੀਆ ਨੂੰ ਭੁਲੇਖਾ ਪਾਉਂਦੇ ਸੀ, ਉਹਨਾਂ ਆਖਿਆ ਜਿਹੜਾ ਮਗਹਰ ਦੇ ਵਿੱਚ ਜਾ ਕੇ ਮਰੇਗਾ, ਪ੍ਰਾਣ ਤਿਆਗੇਗਾ, ਉਹ ਨਰਕਾਂ ਨੂੰ ਜਾਵੇਗਾ, ਤੇ ਜਿਹੜਾ ਸਵਰਗਾਂ ਵਿੱਚ ਮਨਾਸ ਵਿੱਚ ਆਵੇਗਾ ਉਹ ਸਵਰਗਾਂ ਨੂੰ ਜਾਵੇਗਾ। ਭਾਵੇਂ ਉਹ ਚੋਰ ਹੈ, ਚਾਹੇ ਉਹ ਸਾਧ ਹੈ, ਚਾਹੇ ਉਸ ਜੀਵਨ ਦਾ ਧਾਰਨੀ ਨਹੀਂ ਹੋਇਆ ਜਿਸ ਜੀਵਨ ਨੂੰ ਪਰਮਾਤਮਾ ਨੇ ਪ੍ਰਵਾਨ ਕਰਨਾ ਹੈ। ਕੋਈ ਵੀ ਆ ਜਾਂਦਾ ਹੈ ਨਾ ਤੇ ਕਾਂਸੀ ਵਿੱਚ ਮਰ ਕੇ ਉਹਨੂੰ ਕੋਈ ਨਾਮ ਜਪਣ ਦੀ ਲੋੜ ਨਹੀਂ, ਸਿਰਫ ਉਹ ਦਾਨ ਕਰੇ। ਦਾਨ ਦਾ ਮਤਲਬ ਉਪਾਅ ਸਭ ਕੁਛ ਦਾਨ ਦੇ ਬਾਰੇ ਹੀ ਉਸ ਸਮੇਂ ਦੇ ਵਿਦਵਾਨਾਂ ਨੇ ਦੱਸਿਆ ਸੀ ਕਿ ਤੁਸੀਂ ਆਪਣੇ ਕਮਾਈ ਕਰੋ ਤੇ ਬ੍ਰਾਹਮਣ ਨੂੰ ਦਾਨ ਕਰੋ। ਬ੍ਰਾਹਮਣ ਤੋਂ ਬਿਨਾਂ ਹੋਰ ਕਿਸੇ ਨੂੰ ਦਾਨ ਜਿਹੜਾ ਹੈ ਉਹ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਆਪਾਂ ਥੋੜ੍ਹਾ ਜਿਹਾ ਹੀ ਇਸ ਬਾਰੇ ਧਿਆਨ ਦਿਵਾਉਣਾ ਹੈ ਤੇ ਧਿਆਨ ਰੱਖਿਓ। ਮੈਂ ਜਿਹੜੀ ਅਗਲੀ ਗੱਲ ਕਰਨ ਲੱਗਾ ਹਾਂ, ਅੱਜ ਇਸ ਬਾਣੀ ਵਿੱਚ ਵੀ ਤੁਹਾਡੀਆਂ ਕਮਾਈਆਂ ਨੂੰ ਢੱਕਣ ਵਾਲੇ ਹੀ ਕਹਿੰਦੇ ਨੇ ਕਿ ਦਾਨ ਤੁਸੀਂ ਸਾਨੂੰ ਦਿਓ, ਅਸੀਂ ਦਰਗਾਹ ਤੱਕ ਤੁਹਾਨੂੰ ਉਹ ਦਾਨ ਦਾ ਫਲ ਦਿਵਾਵਾਂਗੇ। ਬਾਬਾ ਜੀ ਨੇ ਉਸ ਬੰਨੇ ਨੂੰ ਗੱਲ ਬੜੀ ਧਿਆਨ ਨਾਲ ਸਾਨੂੰ ਦੱਸੀ। ਹਮ ਕਾਹੂੰ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ। ਇਹਨਾਂ ਬਚਨਾਂ ਨੂੰ ਬਾਬਾ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਦੁਹਰਾਇਆ ਹੈ। ਆਸ ਦੀ ਅੱਜ ਇਸ ਜਗ੍ਹਾ ਤੇ ਇਸ ਸਥਾਨ ਤੇ ਪਹਿਲੀ ਹਾਜ਼ਰੀ ਹੈ। ਆਉਣ ਵਾਲੇ ਸਮੇਂ ਤੇ ਸਤਿਗੁਰੂ ਕਿਰਪਾ ਕਰਨ ਆਪਾਂ ਸੋਹਣੀਆਂ ਹੋਰ ਗੱਲਾਂ ਜਿਹੜੀਆਂ ਗੁਰੂ ਨੇ ਸਾਨੂੰ ਦੱਸੀਆਂ ਕਰਾਂਗੇ। ਧਿਆਨ ਦਿਓ, ਆਪਾਂ ਹੁਣ ਉਸ ਲੀਹ ਤੇ ਤੁਰਦੇ ਹਾਂ ਜਿਸ ਵਾਸਤੇ ਅਸੀਂ ਸੰਸਾਰ ਦੇ ਵਿੱਚ ਆਏ। ਸ਼ਬਦ ਦਾ ਫਰਮਾਨ ਹੈ, ਜਾਂ ਕੋ ਆਏ ਸੋਈ ਵਿਹਾਜੋ ਹੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੀ ਬਵਰ ਨਾ ਹੋ। ਸ਼ਬਦ ਦੇ ਵਚਨ ਸਾਨੂੰ ਇਸ ਬਹੁਤ ਜ਼ਿਆਦਾ ਸਰਲ ਨੇ। ਅਸੀਂ ਪੜ੍ਹਦੇ ਹਾਂ, ਧਿਆਨ ਆਪਣੇ ਅੰਦਰ ਲੈ ਕੇ ਜਾਣਾ ਹੈ ਕਿ ਜਿਸ ਕੰਮ ਵਾਸਤੇ ਮਨੁੱਖਾ ਜੀਵਨ ਸਰੀਰ ਸਾਨੂੰ ਮਿਲਿਆ ਹੈ, ਇਹ ਸੱਚਮੁੱਚ ਅਸੀਂ ਇਸ ਸਰੀਰ ਦੀ ਵਰਤੋਂ ਉਸੇ ਮੁਤਾਬਕ ਕਰ ਰਹੇ ਹਾਂ ਕਿ ਕੇਵਲ ਤੇ ਕੇਵਲ ਸਾਡੇ ਜੀਵਨ ਦਾ ਜਿਹੜਾ ਏਜੰਡਾ ਹੈ, ਜੋ ਖਿਆਲ ਹੈ, ਉਹ ਬਿਨਸਨਹਾਰ ਪਦਾਰਥਾਂ ਤੱਕ ਹੈ ਕਿ ਰੱਬ ਦੀ ਯਾਦ ਵੀ ਸਾਡੇ ਅੰਦਰ ਆਪਣੇ ਚਾਲ ਅਸੀਂ ਇਕੱਲੇ ਨਹੀਂ ਲਿਖਣਾ, ਦੂਸਰੇ ਉੱਤੇ ਨਹੀਂ ਕਰਨੀ ਜਾਣੀ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਆਪਣੇ ਮਨ ਨੂੰ ਖੋਜਣਾ, ਵਿਚਾਰ ਕਰਨੀ ਮਨ ਦੇ ਨਾਲ ਕਰਨੀ। ਗੁਰੂ ਦਾ ਸੁਨੇਹਾ ਹੈ ਕਿ ਆਪਣੇ ਜੀਵਨ ਨੂੰ ਪ੍ਰਾਣੀ ਤੋਂ ਮਾਇਆ ਲਾਹਾ ਲੈਣ। ਕਿ ਅਸੀਂ ਅੱਜ ਤੱਕ ਕੋਈ ਲਾਹਾ ਲਿਆ? ਪ੍ਰਭੂ ਭਗਤੀ ਜੀਵਨ ਵਿੱਚ ਆਈ ਹੈ ਕਿ ਮਾਇਕ ਪਦਾਰਥ ਹੀ ਇਕੱਠੇ ਕੀਤੇ ਨੇ ਇਸ ਮਾਇਆ ਦੇ ਪਿੱਛੇ ਹੀ। ਹਾਂ, ਜਿਹੜੀ ਬਿਰਸ ਜਾਣੀ ਹੈ, ਜਿਸ ਨੇ ਸਾਡਾ ਸਾਥ ਨਹੀਂ ਦੇਣਾ, ਨਹੀਂ ਸਾਨੂੰ ਕਿਤੇ ਰੋਕਿਆ ਵੀ ਨਹੀਂ। ਅਕਾਲ ਪੁਰਖ ਵਾਹਿਗੁਰੂ ਨੇ ਕਿ ਭਾਈ ਤੁਸੀਂ ਧਨ ਨਹੀਂ ਕਮਾ ਸਕਦੇ, ਸੋਹਣੇ ਘਰ ਨਹੀਂ ਲੈ ਸਕਦੇ, ਤੇ ਕਿਉਂ ਨਹੀਂ ਰੋਕਿਆ? ਇੰਨੀ ਹਲਕੀ ਫੁਲਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦੀ ਦਾਤ ਬਖਸ਼ੀ ਹੈ ਕਿ ਤੂੰ ਆਪਣੇ ਜੀਵਨ ਵਿੱਚ ਇਤਨਾ ਖੁਸ਼ ਹੋ, ਧਨ ਕਮਾ, ਪਰ ਨਾਲ ਨਾਲ ਪ੍ਰਭੂ ਭਗਤੀ ਦਾ ਆਸਰਾ ਦੀ ਜੀਵਨ ਵਿੱਚ
ਆਪਾਂ ਗੱਲਾਂ ਕਰਨੀਆਂ ਨਹੀਂ, ਆਪਾਂ ਗੁਰੂ ਦੀਆਂ ਦੱਸੀਆਂ ਹੋਈਆਂ ਗੱਲਾਂ ਉੱਤੇ ਵਿਚਾਰ ਕਰਨੇ ਹੈ ਕਿ ਅਸੀਂ ਇਕੱਲੇ ਇਕੱਲੇ ਸੋਚ ਕੇ ਕਿ ਹੁਣ ਤੱਕ ਅਸੀਂ ਕੁਛ ਕਮਾਇਆ, ਅਸੀਂ ਕਿਤੇ ਇਹ ਤਾਂ ਨਹੀਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਕਿ ਜਿਹੜੇ ਸਾਡੇ ਤੋਂ ਪਹਿਲਾਂ ਜੁੜ ਚੁੱਕੇ ਨੇ ਜਾਂ ਜੁੜਨ ਦੀ ਗੱਲ ਕੀਤੀ ਹੈ ਉਹਨਾਂ ਦਾ ਅਸੀਂ ਮਨ ਤੋੜਿਆ ਹੋਵੇ। ਖਿਆਲ ਉਹ ਰਹਿਣਗੇ ਸਾਡੇ ਮਨ 'ਚ ਰੋਜ਼ ਚੱਲਦੇ ਗੱਲਾਂ ਇੱਥੋਂ ਦੀਆਂ ਨੇ, ਇਹ ਗੱਲਾਂ ਸਾਡੇ ਘਰ ਦੀਆਂ ਨੇ, ਸਾਡੇ ਜੀਵਨ ਦੀਆਂ ਨੇ। ਪਾਤਸ਼ਾਹ ਜੀ ਦੇ ਕੁਝ ਬਚਨ ਆਪਾਂ ਸਾਂਝੇ ਕਰਦੇ ਹਾਂ। ਬਹੁਤ ਸੰਸਾਰ ਦੇ ਵਿੱਚ ਸਾਡੇ ਵਰਗੇ ਸਾਡੇ ਵਿੱਚੋਂ ਐਸੇ ਹੋ ਗਏ ਨੇ ਜਿਹੜੇ ਜੁੜਿਆਂ ਨੂੰ ਤੋੜਦੇ ਨੇ। ਕਦੇ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਦੀ ਧਰਤੀ ਕਾਬੇ ਦੀ ਬਿਲਡਿੰਗ ਦੇ ਅੰਦਰ ਗਿਆ ਸੀ, ਜਿਹੜਾ ਮੁਸਲਮਾਨਾਂ ਦਾ ਬਹੁਤ ਪਵਿੱਤਰ ਤੇ ਮਹਾਨ ਸਥਾਨ ਹੈ। ਹਰ ਮੁਸਲਮਾਨ ਨੂੰ ਜਿਵੇਂ ਸਾਨੂੰ ਪੰਜਾਂ ਤਖਤਾਂ ਤੇ ਹਾਜ਼ਰੀ ਭਰਨ ਦਾ ਹੁਕਮ ਹੈ ਸਾਡੇ ਪਾਤਸ਼ਾਹ ਵੱਲੋਂ, ਇਸੇ ਤਰ੍ਹਾਂ ਹਰ ਮੁਸਲਮਾਨ ਨੂੰ ਕਾਬੇ ਦੀ ਉਸ ਪਵਿੱਤਰ ਧਰਤੀ ਬਿਲਡਿੰਗ ਦੇ ਅੰਦਰ ਜਾਣ ਦਾ ਵੀ ਉਪਦੇਸ਼ ਹੈ ਕਿ ਖੁਦਾ ਦੇ ਘਰ ਪ੍ਰਵਾਨਗੀ ਲੈਣੀ ਹੈ ਤਾਂ ਉੱਥੇ ਜਾ। ਸੰਸਾਰ ਦੇ ਲੋਕ ਬੜੇ ਸਮੇਂ ਤੋਂ ਜਾਂਦੇ ਸੀ, ਗੁਰੂ ਨਾਨਕ ਸਾਹਿਬ ਜੀ ਵੀ ਉੱਥੇ ਪਹੁੰਚੇ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰ ਬਣਵਾਰੀ। ਮੈਂ ਗੱਲ ਤੋੜਨ ਵਾਲੇ ਬੰਨੇ ਲੈ ਕੇ ਆਇਆ ਕਿ ਅਸੀਂ ਇਸ ਤੋਂ ਆਪਣੇ ਜੀਵਨ ਨੂੰ ਭੋਗਣਾ ਹੈ ਕਿ ਅਸੀਂ ਕਿੰਨਿਆਂ ਨੂੰ ਜੁੜਿਆਂ ਨੂੰ ਤੋੜਿਆ ਤੇ ਜਾਂ ਟੁੱਟਿਆਂ ਨੂੰ ਜੋੜਿਆ। ਅਸੀਂ ਆਪਣੇ ਜੀਵਨ ਨੂੰ ਭੋਗਣਾ ਹੈ। ਹੋਏ ਕਿਰਤਰ ਮਿਲੋ ਮੇਰੇ ਭਾਈ ਵਾਲੀ ਆਪਾਂ ਪੰਕਤੀ ਪਹਿਲਾਂ ਪੜ੍ਹੀ ਹੈ ਕਿ ਦੁਬਿਧਾ ਦੂਰ ਕਰਨੀ ਹੈ, ਕਿ ਦੁਬਿਧਾ ਕੱਢ ਦੇਣੀ ਆ, ਫਿਰ ਅਸੀਂ ਆਪ ਜੁੜਾਂਗੇ। ਆਪ ਜਪੈ ਅਵਰਾ ਨਾਮ ਤੇ ਪਾਵੈ, ਸੁਣਤ ਕਹਿਤ ਰਹਿਤ ਕਤ ਪਾਵੈ। ਤੁਰਦਾ ਤੁਰਦਾ ਗੁਰੂ ਨਾਨਕ ਪਾਤਸ਼ਾਹ ਜੀ ਸੱਚੇ ਪਾਤਸ਼ਾਹ, ਜਿਸ ਦੇ ਗੁਣਾਂ ਨੂੰ ਕੋਈ ਗਾ ਨਹੀਂ ਸਕਿਆ, ਕੋਈ ਲਿਖ ਨਹੀਂ ਸਕਿਆ, ਕੋਈ ਵਿਚਾਰ ਨਹੀਂ ਕਰ ਸਕਿਆ, ਆਪ ਪਰਮੇਸ਼ਰ ਗੁਰੂ ਨਾਨਕ ਸਰੂਪ ਦੇ ਵਿੱਚ ਇਸ ਜਗਤ ਵਿੱਚ ਆਇਆ। ਭੱਟਾਂ ਨੇ ਲਿਖਿਆ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਮੇਸ਼ਰ ਸਰੂਪ। ਕਿਸੇ ਨੇ ਕਹਿ ਦਿੱਤਾ ਹੈ ਕਿ ਨਹੀਂ ਤੇ ਕਾਲੂ ਪਟਵਾਰੀ ਦਾ ਮੁੰਡਾ ਹੈ, ਕਲਿਆਣ ਦਾਸ ਦਾ ਲੜਕਾ ਹੈ। ਕਿਸੇ ਨੇ ਕਿਹਾ ਮੇਰੀ ਭੂਆ ਦਾ ਪੁੱਤਰ ਹੈ, ਕਿਸੇ ਨੇ ਕਿਹਾ ਇਹ ਤਾਂ ਮੇਰੇ ਗੁਆਂਢੀਆਂ ਦਾ ਮੁੰਡਾ ਹੈ, ਵਿਗੜਿਆ ਹੋਇਆ ਹੈ, ਧਨਾੜ ਪਟਵਾਰੀ ਦਾ ਮੁੰਡਾ ਹੈ। ਦੂਜੇ ਬੰਨੇ ਮਰਦਾਨੇ ਦੇ ਪਰਿਵਾਰ ਵੱਲੋਂ ਵੀ ਗੱਲਾਂ ਸੁਣਨੀਆਂ ਪਈਆਂ ਕਿ ਤੁਸੀਂ ਤਾਂ ਗਰੀਬ ਮਰਾਸੀ ਮੁਸਲਮਾਨ ਹੋ, ਤੁਸੀਂ ਇੱਕ ਧਨਾੜ ਦੇ ਲੜਕੇ ਦੇ ਮਗਰ ਲੱਗ ਕੇ ਆਪਣਾ ਵੀ ਘਰ ਵਾਲਾ ਮਰਦਾਨੇ ਦੀ ਧਰਮ ਪਤਨੀ ਨੂੰ, ਬਾਬਾ ਮਰਦਾਨਾ ਜੀ ਦੀ ਧਰਮ ਪਤਨੀ ਨੂੰ ਇਹ ਮਿਹਣੇ ਵਜਣ ਲੱਗੇ। ਉਹਦੇ ਆਂਢ ਗੁਆਂਢ ਉਹਦਾ ਕਬੀਲਾ ਕਹਿਣ ਲੱਗੇ। ਲਾਲ ਲੈ ਕੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ। ਧਿਆਨ ਰੱਖਣਾ ਹੈ, ਤੋੜਨ ਤੇ ਰੱਖਣਾ, ਸੁਰਤ ਉੱਥੇ ਰੱਖਣੀ ਆ। ਗੱਲ ਆਪਾਂ ਉੱਥੇ ਲੈ ਕੇ ਆਉਣੀ, ਆਪਾਂ ਵੇਖਣਾ ਹੈ ਕਿੰਨਿਆਂ ਨੂੰ ਜੋੜਿਆ, ਆਪਾਂ ਕਿੰਨਿਆਂ ਨੂੰ ਤੋੜਿਆ। ਆਪਾਂ ਵੀ ਟੁੱਟੇ ਆ ਕਿ ਆਪਾਂ ਜੁੜ ਚੁੱਕੇ। फिर बाबा मक्के गया, नील बस्तर भार बनवारी, आसा हाथ पकाल कश पूजा बांग मुसल्ला तारी। बैठा गए मसीत हाजी हज गुजारी, जहाँ बाबा सुता रात नूं वल मैं राबे पाए बसारी। थक गया सी, थकिया नहीं सी, वो तां होर संसार दे लोकां दा थकीमा लाउण आया सी। अविसरे होए लोकां नूं, अज्ञानता दे हनेरे विच डुबे होए लोकां नूं पार दा करदा गुरु नानक पातशाह पहली यात्रा गोरखनाथ के टेले की की। उत्थे जोगियां सिद्धानाथां दे नाल सन विचार करदा होया। बनारस दे विच भी गुरु साहब जी कुछ थोड़े दिन ठहरे ने, पर भगत कबीर जी उन्होंने रस्ते च मिले ने, घर नहीं मिले, किसी अपने ही प्यारे नूं मिलण। इस तरह स्थानां ते क्यों तुरे ने गुरु नानक पातशाह? राज छड्डिया, सुख छड्डिया, सारा कुछ छड्ड के उत्थे गए जिथे लोग आत्मक मौत मर रहे सी, दुखों ते कलेशां दे विच पै रहे सी ते अपनी तुहाडे वांगू कमाई लटा रहे सी। उन्हां धर्म दे बाणे विच एक चोर वड़ के बैठा सी। अज भी ध्यान इधर भी रखना, उतावले नहीं होना, शांति बना रही, सुरत गुरु नाल जुड़दा, सावधान रहना। लुटे जाना भी पाप है ते लुटना भी पाप है। किसी नूं लुटना बड़ा पाप है, पर कोई सानू भी भीख दिखायो जगत को लोगन को, बस कीन अंत काल खाती कटियो बास नरक मोह। लुटे जाना भी माड़ा है। सिक्खी बड़ी हौली फुलकी दा भार नहीं है। असी लोगों ने सिक्खी तुहाडे वास्ते बड़ी वड्डी भारी बनाती, तां ही साडा समाज है सिक्खी तो भज रहा है।
सिखी तो दूर जा रहा है। मेरे तो मर्यादा नहीं रखी जानी, मैं ये अमृत नहीं छकना, मेरे तो मर्यादा नहीं। केड़ी मर्यादा की भले वो गल करते हो? बड़ी सादगी वाली सिखी है, बड़ी हल्की फुल्की सिखी है। आ नौजवान साढ़े बच्चे बच्चियां सिर हिला देंगे नहीं, मैं अजे अमृत नहीं छकना। मावा ने ये गल कह दिंदियां ने, अजे मेरी बच्ची छोटी आ, बाबा जी ये कोलों अमृत की मर्यादा नहीं रही। केड़ी मर्यादा है? मर्यादा ये है कि असी छड्डना है झूठ नूं, वो असी छड्ड नहीं सकते। झूठ ही छड्डना है, जो झूठ छड्ड दिता तो सच नाल असी जुड़ जाना है। असी ना ठगे जाना है तो ना असी किसी नूं ठगना। यही मर्यादा गुरु नानक साहब की है। और केड़ी मर्यादा है? इहो कुछ दसदे दसदे गुरु नानक पातशाह जी उस मक्के की बिल्डिंग वाले बन्ने लोगों का ध्यान खिंचण वास्ते एक नवा काम करते सी। किसी विद्वान ने लिखा कि गुरु नानक पातशाह जिथे जाते सी उत्थे मुल की लड़ाई लै लेंदे सी। कमाल की गल है, लड़ाई मुल की। गुरु नानक पातशाह गंगा दे उत्ते हरिद्वार गए। गुरु नानक पातशाह वो पांडे जिहड़े सी दूसरे बंदे नूं पानी चढ़दे सूरज नूं पा रहे सी ते मरदाने नूं इशारा कीता ते मरदाना सारी गल समझदा सी। मरदाने बस गुरु साहब ने आखिया मरदानिया करिए शुरू कर। हुण असीं इहनूं कलेश कह सकते हैं। किसी विद्वान ने सही लिखिया है, वो पुरातन समय तो अज्ञानता के हनेरे चढ़ते सूरज नूं ठंडा कर रहे सी ते मरदाने ने आखिया भी आपां तां तैयार हां। मौका संभालते सी, नाल साथी की जरूरत लोड़ होती है, कोई भी काम करना सफलता नहीं मिलती। मरदाने रोकिया सी, मरदाना भी बढ़ गया पानी करतारपुर लेंदे सी। उत्थों उन्हां वालिया ये सोचिया भी किते ये बेचारे अनजाण आ, रब नाल जुड़े आ, पर इन्हां पता नहीं मर्यादा समझाइए जिवें असीं समझाउने कि जे तुसीं आह काम कीता तुहाडा अमृत भंग, जे तुसीं इधर किसी दे चले गए तुहाडा अमृत भंग। बस तुसीं सिੱਖੀ नहीं, तुहानूं माफी मंगनी पऊ, तुहानूं काल पुरख ते पातशाह साहिब ते जाना पवे। वो काम सारा साढ़े आ गया। पहला मोदी वाले से होना आ ढंग बनाया, असी डराया तुम, असी तुम डराया करने वाले असी को डर गए। ध्यान खिंचना सी वो सारे पंडितों ने बड़े निरता बाबा जी बस इकट्ठे करना सी। होए कि पर मिलो मेरे भाई दुविधा दूर करनी सी। आए समझाइए जिवें असी बड़ा समझाने हैं, बहुत ज़्यादा असी समझाने हैं तो फिर गलबात कोई होर साड़ी छिड़ जाती है। उस वेले फिर जो उत्थे वार्तालाप आपां पहलां हुण मक्के की धरती ते जाइए जिथे जिथे गुरु नानक आए थे उत्थे कलेश जरूर होई है। लोगों के विच हाल दुहाई मच गई आप ये कौन है। जदों पहली यात्रा से गोरखनाथ के टिले ते गए सारे जोगी इकट्ठे हो गए ने। गोरखनाथ ने आवाज मारी है, सारे इकट्ठे हो गए कि तू इत्थे आया किवें है बाबा, तू तेरा नाम की है, सानू मात लोक का हाल सुना। बड़ी चर्चा हो गई है। जहाँ बाबा सुता रात नूं वल महराबे पाए पसारी ते एक हिंदू तो इतिहास में लिखा है कि एक हिंदू तो मुसलमान धर्म धारण किया सी। वो जीवन नाम से उसका तो उन्होंने काजी थाप दिता सी। जो दूसरे धर्म तो दूसरे धर्म में कोई इंटर होंदा है ना तो उन्होंने दिते जाते हैं। जिवें अज राजनीतिक पार्टियां भी इवें करदियां कि तू कांग्रेस नूं छड्ड के अकालियां जा जा ते तुहानूं एमएल दी टिकट दे दिंदे आखो गए। इस तरह धर्मां दे विच भी वो कुछ चल रहा। हुण उहदा एक काजी का दिता जिम्मेवारी उस बाबे की छापी गई थापी गई तो की होया जदों सारिਆਂ ਨੂੰ ਵੇਖਦਾ है तो सारे मक्के वाले बन्ने सिर करके सुते ने उस बिल्डिंग काबे वाले बन्ने ते गुरु साहब कल्ले आवाज़ मारी तो गुरु नानक साहब ने पूछा कि तू कौन काफर है, एडा वड्डा मूर्ख, तैनूं पता नहीं कि एक खुदा का घर है कि तू खुदा नूं तुसीं समझदा नहीं। गुरु साहब जी के प्यारे बोल विद्वानां ने लिखे ने कि वो उहदी लत्त मारन का कारण की सी। गुस्से दे विच लत्त मार के जदों पुछया कि तू इस बन्ने क्यों पिया, पहले लत्त मारी फिर पुछया जीवन मारी लत्त दी केड़ा सोता कुफर कुफारी। ते गुरु साहब कहंदे ने असीं बजुर्ग हां दूरों आए हां पंजाब दी धरती तो भाई, जेड़े बंदे रब नहीं आए उस बन्ने सानूं डर। बस इत्थे रौला पै गया। अगलियां कुछ पंक्तियां भी साडे विद्वानां ने होर तरह
विचार की मैं उधर नहीं जाना, तो कई उधर जुड़े ने उस सोच नाल मैं इत्थों ही ब्रेक लावां। पर कारण कि गुरु साहब नूं लत मारन तो बाद वो काफ़ी उच्ची बोलिया, तो गुरु साहब के प्यारे बोल सुन के टंगों पकड़ के जो घसीटिया तो उत्थे कुछ नजर आया, हैरान हो गए। इस गल में असीं स्पष्ट भी कर दईए ना कि मक्का पुरिया है, सच जानियो रौला फिर पिया क्यों। साडे विद्वान जिहड़े ने गल कह दिंदे ने कि मक्का नहीं घुम्मिया सुरत घुम्मी है। सुरत घुम्मी किवें सुरत घुम्मी, उन्होंने तो वेखिया तो तां ही घुम्मन। इत्थे हुण पिछले बन्ने उस बन्ने कोई रौला पै जाए तो साडे सारे दे सुरत इत्थों टुट के उधर हो जाने, उधर कुछ होया पर कुछ होया। चलो आप इस गल नूं साझी रख दिंदे हां, उन्हां दा भी बोल क्यों संगत के बड़े उधर भी जुड़े साडे वीर ने, साडा परिवार है। इस उत्ते असीं पक्की मोहर लावांगे कि किसी का मन इत्थों टुट ना जाए। असीं प्रचारक जिहड़े असीं साझे हां, तुहाडे सेवादार हां, साडा फर्ज बनदा है कि जोड़ना है। मैं वो जोड़न वाली गल करदा सी, वो जिहड़ी लत मारी ते लोग इकट्ठे हो गए। तो हुण आपां गल केवल लत ते करनी है कि अज तक जिथों गल छेड़ी है कि आपां लत किन्नियां नूं मारी है। वो जिहड़ी जीवन काजी ने गुरु नानक पातशाह जी दे सीने छाती दे विच लत मारी है, असीं अज तक ये वेखना है कि हुण तक असीं जोड़िया है, किसी नूं कि तोड़िया है। अज तक असीं आप टुटे फिरदे हैं कि असीं की कर रहे हैं। मैं टाइम देखिया पातशाह कृपा करन, असीं जुड़न वास्ते आए, जुड़न वास्ते जुड़ना है। जे आप नाम जपदे हैं दूसरिਆਂ ਨੂੰ परिवार में बहना है, इकट्ठे बहना है, तो ਆਪਾਂ परिवार के रूप में बैठे होए चित्तर मिलो मेरे भाई, दुविधा दूर करो निरदारे। जिन्ना चਿਰ साडी सुरत गुरु के बोलों नाल नहीं जुड़ती, उन्ना चਿਰ असीं गुरु के नाल नहीं जुड़ती। जे अज तक असीं गुरु साहब जी के प्यारे बोलों नाल नहीं जुड़े तो साडा जीवन एक पत्थर वर्गा है। पत्थर टिकता है, पत्थर हिलदा नहीं, पत्थर तुरदा नहीं, पत्थर टकाओ विच है। पत्थर नूं मील पत्थर भी कहा जाता, जिथे रख दईए उत्थे हुंदा। जे अज तक असीं वाहिगुरू के नाम नाल जुड़े नहीं, असीं पत्थर समान है। किसी विद्वान ने बड़ा सुंदर लिख दिता, पत्थर समान तो है असीं टिक गए, पर सानूं टिक के भी टिकना नहीं आया। पत्थर टिकिया है, तू पत्थर तो सजना सन्या लै ला, तू इत्थे आउणा, इत्थे ते आण के पत्थरां नूं टिक जा कर, बह जा कर, इत्थे आण के तू निक्की निक्की गल नूं गोल गोल करदा है, किंतु परंतु करना है। एक बने मेरे पातशाह जी की वडियाई चल रही है, तो दूजे बने बार बार तेरा घड़ी के टाइम से ध्यान जाता है। इस भाई साहब ने 5 मिनट उत्ते लाए है, तो खास करके अज के साडे प्रबंधक जन जिहड़े ना, तो मैं मेरा वीर कवलजीत सिंह है, उन्होंने पिंडों ही उत्थे आया, उन्होंने खास करके प्यार दिता सी भी नाले सानूं मिल के जाओ, तो नाले आपां संगत दे दर्शन नाल मिल के दो भरावां ने करने। तो मैं पूछा सी, मैं कहा भी कमेटी किवें दी आ, भी जिवें कहंदे भी तुसीं जो मर्जी करो। मैं तुहानूं हुण परिवार वालियां गल्लां दसदियां, तुसीं मेरियां धीआं ने, भैणां ने, मेरे भरा हो, आपां ओह गल्लां करिए। असीं बंदे नाल जुड़ गए, कुछ लोग साडे जुड़ गए मशीनरी वाले की गल, वो साडे ने, साडा वो परिवार है। कुछ रल के टकसाल वालियां नाल वो साडा परिवार, इन्हां नूं करना सी। मैं साझा बंदा, मैं किसी विरोधा नहीं करता। विरोधा करांगा तो इसका मतलब है कि मैं अज तक टुटा आया, मैं लाती मारी आ, तो मैं लत का उपदेश कर रहा कि लत अज तक असीं किन्नियां नूं मारी है, किन्नियां जोड़ियां नूं मारी है। कोई संगत दे विचों बाहरी तौर के उत्ते इत्थे आउण लग जावे, वो टुटा होवे, उहदा जीवन विचारी होवे, वो वकारी होवे, तो वो वड्डा शराबड़ भी होवे, तो असीं नीवा च चढ़ा देने। तो जे किते उहदे ते गुरु की दया होवे ना, एक लफ्ज़ साडा बड़ा पुराना चलदा है, असीं कहने आ 100 चूहा खा के बिल्ली हज लो। जिन्ना चिर वो गुरुद्वारे आउणों हट नहीं जाता, दोबारा फिर वो मशीन इत्थे फेरन नहीं लगदा, उन्ना